ਔਖਾ ਜਨਮ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ। ਇਹ ਤੇਰੀ ਵਰੀਆ ਅਮਰ ਕਾਜ ਤੇਰੇ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਸ ਮਨੋਰਥ ਨੂੰ ਮੁੱਖ ਰੱਖਦੇ ਜਿੱਥੇ ਬਾਕੀ ਜੀਵਨ ਨੂੰ ਸਵਾਰਨ ਦੇ ਯਤਨ ਹੈ, ਉੱਥੇ ਨਾਲ ਹੀ ਵਾਹਿਗੁਰੂ ਦੀ ਬੰਦਗੀ, ਨਾਮ ਜਪਣਾ, ਨਾਮ ਦੀ ਪ੍ਰੇਰਨਾ ਬਾਣੀ ਵਿੱਚ ਹੈ। ਜਦੋਂ ਗੁਰਬਾਣੀ ਨੂੰ ਅਸੀਂ ਸਹਿਜੇ ਹੀ ਵਿਚਾਰੀਏ, ਪੜ੍ਹੀਏ, ਤਾਂ ਸਾਡੀ ਸਮਝ ਵਿੱਚ ਇੱਕ ਵਿਸ਼ਾ ਸਬਜੈਕਟ ਆਉਂਦਾ ਹੈ, ਉਹ ਨਾਮ ਦਾ ਹੈ। ਉਹ ਸਭ ਤੋਂ ਵੱਧ ਜ਼ਿਕਰ ਆਉਂਦਾ ਹੈ ਨਾਮ ਦਾ ਹੈ। ਉਸ ਤੋਂ ਅਗਲਾ ਜਿਹੜਾ ਹੈ ਉਹ ਜੀਵ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਉਹ ਮੌਤ ਦਾ ਹੈ, ਜਿਹੜਾ ਵਿਸ਼ਾ ਵੱਧ ਹੁੰਦਾ ਹੈ, ਜਿਹਦੇ ਵਿੱਚ ਤੁਸੀਂ ਦੇਖੋਗੇ ਵਾਰ-ਵਾਰ ਉਮਰ ਘਟਦੀ ਜਾ ਰਹੀ ਹੈ, ਜ਼ਿੰਦਗੀ ਬੀਤਦੀ ਜਾ ਰਹੀ ਹੈ। ਬੰਦਿਆ ਤੂੰ ਵਾਹਿਗੁਰੂ ਦਾ ਪਰਮਾਤਮਾ ਦਾ ਭਜਨ ਕਰ, ਸਵਾਸ ਮੁੱਕ ਜਾਣੇ ਨੇ, ਇਸ ਸਰੀਰ ਨੇ ਸਾਥ ਛੱਡ ਦੇਣਾ ਹੈ, ਇਹ ਸੰਸਾਰ ਛੱਡ ਦੇਣਾ। ਇਹ ਜੀ ਅਨੰਤਾ ਸ਼ਬਦ ਨੇ ਜਿਨ੍ਹਾਂ ਤੋਂ ਇਹ ਸਮਝ ਪੈਂਦੀ ਹੈ ਵੀ ਵਾਰ-ਵਾਰ ਮੌਤ ਦੀ ਗੱਲ ਹੋ ਰਹੀ ਹੈ। ਪਰ ਕੀ ਗੁਰੂ ਦੇਵ ਮਹਾਰਾਜ ਸਾਨੂੰ ਕੋਈ ਭੈ ਦਿੰਦੇ ਹਨ ਜਾਂ ਡਰਾ ਰਹੇ ਨੇ? ਐਸਾ ਨਹੀਂ ਹੈ। ਅਸਲ ਵਿੱਚ ਜਿਹੜਾ ਗੁਰੂ ਦਾ ਇਸ ਆਸੇ ਵਿੱਚ ਕਹਿਣਾ ਹੈ, ਉਹ ਸਾਨੂੰ ਸੁਚੇਤ ਕਰਨਾ ਹੈ, ਚੇਤਨ ਕਰਨਾ ਹੈ, ਮਨ ਨੂੰ ਜਗਾਉਣਾ ਹੈ ਕਿ ਬੰਦਾ ਇਸ ਰਿਐਲਿਟੀ ਨੂੰ ਸਮਝ ਕੇ, ਇਸ ਸੱਚਾਈ ਨੂੰ ਜਾਣ ਕੇ ਜਾਗ ਜਾਏ। ਮਹਾਰਾਜ ਕਹਿੰਦੇ ਜਦੋਂ ਇਹ ਸਮਝਾਇਆ ਤਾਂ ਵੀ ਮਨ ਜਾਗ ਜਾਏ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ। ਗਾਫਲਤਾ ਇਹਦੀ ਨੀਂਦ ਵਿੱਚ ਮਾਇਆ ਦੇ ਪ੍ਰਭਾਵ ਅਧੀਨ। ਕਹਾ ਤੂੰ ਕਿੱਥੇ ਤੂੰ ਸੁੱਤਾ ਪਿਆ ਹੈ, ਕਿਉਂ ਨਹੀਂ ਜਾਗਦਾ ਮਨਾ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਜਿਹੜਾ ਤਨ ਸਰੀਰ ਲੈ ਕੇ ਤੂੰ ਸੰਸਾਰ ਵਿੱਚ ਆਇਆ ਸੀ, ਉਹਨੇ ਵੀ ਤੇਰਾ ਸਾਥ ਨਹੀਂ ਦੇਣਾ। ਫਿਰ ਤੂੰ ਕਿਹੜੇ ਸੰਸਾਰ ਦੇ ਵਿੱਚ, ਭਰਮ ਦੇ ਵਿੱਚ, ਇਹਦੇ ਮੋਹ ਦੇ ਵਿੱਚ, ਗਾਫਲਤਾ ਦੀ ਨੀਂਦ ਦੇ ਵਿੱਚ ਹੀ ਮਨਾ ਸੁੱਤਾ ਹੈ। ਕਿਉਂਕਿ ਸਰੀਰ ਵੀ ਸੌਂਦਾ ਹੈ, ਮਨ ਵੀ ਸੌਂਦਾ ਹੈ। ਸਰੀਰ ਤਾਂ ਕੁਝ ਘੰਟਿਆਂ ਦੀ ਨੀਂਦ ਲੈ ਕੇ ਫਿਰ ਚੇਤਨ ਹੋ ਕੇ ਕਾਰਜ ਵਿਹਾਰ ਕਰਦਾ ਹੈ, ਪਰ ਮਨ ਜਿਹਨੂੰ ਅਸੀਂ ਜਾਗਦਾ ਹੋਇਆ ਵੀ ਆਖਦੇ ਹਾਂ, ਇਹ ਗਾਫਲਤਾ ਵਿੱਚ ਸੁਚੇਤ ਨਹੀਂ ਹੈ। ਅਚੇਤਤਾ ਦੇ ਵਿੱਚ ਸੁੱਤਾ ਰਹਿੰਦਾ ਹੈ। ਤਾਂ ਗੁਰੂ ਬਾਬਾ ਜੀ ਉਸ ਸੁਚੇਤ ਕਰਦੇ ਹੋਏ ਕਹਿੰਦੇ ਨੇ ਵੀ ਜਾਗ ਲਿਓ ਰੇ ਮਨਾ ਜਾਗ ਲਿਓ। ਜਾਗਣ ਵਾਸਤੇ ਸੁਚੇਤ ਕਰਦੇ ਨੇ। ਇਸ ਲਈ ਜਿੱਥੇ ਮੌਤ ਦਾ ਭੈ ਵੀ ਦਿੱਤਾ ਹੈ, ਉਹਦਾ ਮਤਲਬ ਵੀ ਸੁਚੇਤ ਕਰਨਾ ਹੈ। ਸਤਿਗੁਰੂ ਕਹਿੰਦੇ ਜਿੱਥੇ ਮਨ ਸੁਚੇਤ ਹੋ ਜਾਏਗਾ, ਮਨ ਚੇਤਨ ਹੋ ਜਾਏਗਾ, ਮਨ ਅਲਰਟ ਹੋ ਜਾਏਗਾ, ਫਿਰ ਇਹ ਸੰਸਾਰ ਦੇ ਵਿੱਚ ਵਿਚਰਨ ਦਾ ਲਹਿਜਾ ਇਹਦਾ ਬਦਲ ਜਾਏਗਾ, ਢੰਗ ਤਰੀਕਾ ਬਦਲ ਜਾਏਗਾ। ਇਸ ਜੀਵ ਦਾ ਸੰਸਾਰ ਦੇ ਵਿੱਚ ਰਹਿਣ ਦਾ ਫਿਰ ਆਪਣਾ ਨਿਵੇਕਲਾ ਰਾਹ ਬਣ ਜਾਏਗਾ, ਪੰਥ ਬਣ ਜਾਏਗਾ, ਮਾਰਗ ਬਣ ਜਾਏਗਾ। ਜਦੋਂ ਗਾਫਲਤਾਈ ਦੀ ਨੀਂਦ ਵਿੱਚ ਹੈ, ਫਿਰ ਇਸ ਮਾਇਆ ਦੇ ਪ੍ਰਭਾਵੀ ਅਧੀਨ ਇਹ ਮਨ ਆਪਣੀ ਮਰਜ਼ੀ ਅਨੁਸਾਰ ਚੱਲਦਾ ਰਹਿੰਦਾ ਹੈ, ਸੁਚੇਤ ਨਹੀਂ ਹੁੰਦਾ ਹੈ। ਤਾਂ ਗੁਰੂ ਬਾਬਾ ਜੀ ਨੇ ਇਸ ਤਰ੍ਹਾਂ ਦੂਜੇ ਜਿਹੜਾ ਮੈਂ ਸਬਜੈਕਟ ਦੀ ਗੱਲ ਕਰਦਾ ਸੀ, ਮੌਤ ਦਾ ਭੈ, ਇਹਦਾ ਮਤਲਬ ਹੀ ਹੈ ਮਨ ਨੂੰ ਜਗਾਉਣਾ, ਮਨ ਜਾਗ ਜਾਏਗਾ। ਤਾਂ ਇਸੇ ਤਰ੍ਹਾਂ ਅੱਜ ਦੇ ਸ਼ਬਦ ਵਿੱਚ ਕਬੀਰ ਸਾਹਿਬ ਵੀ ਸਾਨੂੰ ਐਸਾ ਕੁਝ ਹਲੂਣਾ ਦਿੰਦੇ ਹਨ, ਸੁਚੇਤ ਕਰਦੇ ਹਨ, ਜਾਗਣ ਵਾਸਤੇ ਆਖਦੇ ਹਨ। ਲਾਸਟ ਪੰਕਤੀਆਂ ਨੂੰ ਅਸੀਂ ਪੜ੍ਹੀਏ। ਕਹਿਤ ਕਬੀਰ ਸੁਣੋ ਰੇ ਪ੍ਰਾਣੀ। ਪ੍ਰਾਣੀ ਨੂੰ ਸੁਣਾ ਰਹੇ ਨੇ। ਪ੍ਰਾਣੀ ਜਿਹੜਾ ਪ੍ਰਾਣਾਂ ਨਾਲ ਸੰਬੰਧਿਤ ਹੈ,
प्राणों के नाल जुड़िया है, मन है, उन्होंने सुचेत करते ने, उन्होंने समझा रहे हैं। प्राणी सुनो मेरी गल कि दिन ते पहर पहर ते खरिया आव खटै तन चीजै। दिन तो पैर बन गए, 4 पैरों का दिन बन जाया करता है, 8 पैरों के दिन रात बनते हैं। गुरु बाबा जी कहते ਜਿਹੜੇ ਪਹਿਰ ने घड़ियां तो बनते हैं, घड़ियां तो पल चसे। ਇਹਦਾ मतलब छिन छिन है कि हो रहा आव कटे। आव होंगी है उम्र, आव कटती है, उम्र कटती है। तन छीजे, तन कमजोर होता जाता है। तो कबीर साहब जी कहते बंदिया समझाने के लिए कि तू प्राणी मेरी गल सुन, जिंदगी तेरी बीतती जाती है, तू अचेतता की गाफलता की नींद में सुता है। अचेत मन में ही तू सारे कर्म करी जा रहा है। आप घटे, उम्र घट रही है। हमेशा ही आम करके कह जाता है बंदे की उम्र ही फलाने की बड़ी बढ़ गई। उम्र नहीं बढ़ती कदे, उम्र हमेशा घटती है। जे एक पल एक छिन बीत गया वो घट गया है। गुरु बाबा जी ने कहा जिस तरह उम्र जी है हमेशा ही घटती है, औद घटती है। करो बेनती सुनो मेरे मीता, संत टहल की वेला इहाँ खड़ चलो हर लाहा आगे बसन सुहेला। औद घट है, औद घटती है कि मैं दिन से रहना है, दिन रात घटती जा रही है। इस करके कहते जेड़ा दिन आ गया ये वापस, जो सवेर लंघ गई है वापस नहीं आएगी, जो रात लंघ गई है वापस नहीं आएगी। बाबा रविदास जी ने बड़ा सोहना लिखा है। वो कहते जो दिन आवे सो दिन जाए। जेड़ा दिन आ गया ये चले जाना है, रहना नहीं। जो दिन आवे सो दिन जाए, करना कूच रहन थिर ना। दिन आता है तो चलिया गया, रात आई सी चली गई। इस तरह बाबा जी कहते जो दिन आवे सो दिन जाए, जिमें ये चले जाते हैं इस तरह बंदे संसार में जोड़ा है उन्हें भी चले जाना। जो उपजो सुबिन सह परो आज के काल। जोड़ा आया है, जो आया सो चलसी, उन्हें चले जाना। फिर थिर नहीं करना कूच रहन थिरना ही। कूच करना होता है चले जाना, कूच करना चले जाना है, करना कूच रहन थिरना है। बाबा रविदास जी कहते थे रहना नहीं, जिस दिन ते रात नहीं रहते तो रहना तह भी घटता जा रहा। फिर एग्जाम्पल देते उन्होंने नाल देख, तू ध्यान मार के देख। संग चलत है हम भी चलना। जो संगी साथी जा रहे हैं तो जाना से भी हम भी चलना। आपा केड़ा रहना है, जै रहना नहीं है तो जग तक आयत गर्भ अंडे है। अंधा किसी ना आखिए पढ़ अखर एहो बूझिए। गुरु बाबा जी कहते जब रहना ही नहीं है फिर कादी की बवाल है। संग चलता है हम भी चलना, दूर गवन सिर ऊपर मरना। महाराज कहते रास्ता बड़ा पैंडा बड़ा दूर है ते ऊपर सिर दे उत्ते बहुत है, सिर ऊपर। पर बंदे नूं इसे करके समझाया महाराज कहते सारा लिखिया है। संग चलता है हम भी चलना, दूर गवन सिर ऊपर मरना। क्या तू सोया जाग गया ना, किस गाफलताई दी नींद सुता है। ये मन नूं जगा रहे। क्या तू सोया जाग गया ना, असीं तां जागे हैं, असीं तां सुते सीगे उठे हैं। ये शरीर का जागना है, मन नहीं जागया। मना तू क्यों नहीं जागदा, क्या तू सोया जाग गया ना।
ये जगाउणा ही जाग लिहो रे मना जाग लिहो है, मन नूं जगाउणा है। तैं जीवन जग सच कर जाना, तैं इस जीवन नूं, इस संसार दे उपर रहण वास्ते जग दे इहनूं सच समझ लिया है, यही रहना है सਦੀव काल नहीं। ये तो बाबा जी कहते इस संसार ते रहना नहीं। तो फिर इसलिए जिहड़ी उम्र है ये बाबा जी कहते घटती जा रही है, घटती है। आप घटे तन सीजे, तन कमज़ोर होता जाता है, आप उम्र घटती है। तो इन्नी किवें घटती है, तुसीं गुरु तेग बहादुर पातशाह की बाणी से कई बार पढ़ते हैं, चेतना है तो चेत लै निस दिन में प्राणी, निस दिन में प्राणी छिन छिन आद बेहात है, फूटे घट जो पा, जिमें फूटे घड़े दे विचों पानी टिप टिप करके सिम जाता है, उवें ये शरीर की विच आरजा साडी है, उम्र साडी है, समा जिहड़ा है। उम्र का मतलब की होंदा, उम्र समा ही है, पीरियड। उम्र कोई होर कोई वक्री चीज़ नहीं है। समा मिलिया होया इहनूं उम्र कहंदे ने, इस युग कहंदे ने, इस महीने कहंदे, समय नूं कहंदे ने। जिन्ना वक्त किसी नूं मिलिया है, जिन्नी समा उहनूं उम्र कहंदे ने। महाराज कहंदे दिन ते पहर, पहर ते घरियां, आव घटे तन चीजे। उम्र घटदी जा रही है, किते समझ पै जाए इस गल की। काल हेरी फिरे बदक जो, कहो कवन विद कीजे। कबीर साहब जी कहते काल अहेरी फिरे बदक जो, दो बारी शब्द आया। एक अहेरी, अहेरी भी शिकारी होंदा है, बदक भी शिकारी होंदा है। दो क्यों वरते ने? लुप्ती है, समझण वाला। एक उदाहरण दी है, एक बार गल करी हुई है। काल अहेरी दो ही शब्द इकट्ठे। काल अहेरी का मतलब है मौत शिकारी, शिकारी काल अहेरी। फिरे, फिर रही किमें? बदक, बदक शिकारी जो, बदक जिमें जिमें शिकारी अपने शिकार नूं फकड़न वास्ते तांग विच बैठा रहिंदा है, निशाना बना के बैठा रहिंदा है, वक्त लगे तो झपट मारता है, चाहे वो बाज है। भावें होर उदाहरण बाणी विच बड़ियां उदाहरण। बगला एक लत्त दे भार खड़ के इंतजार करता है शिकार का। जदों मच्छी पैरों कोले आउंदी है, भर दिंदा है, भुलेखे विच रखदा है, एक लत्त करके जदों कोले आउंदी है जदी झपट मार। इस तरह महाराज कहते फरीदा दरिया वे कुन्ने बगला बैठा केल करे, तो वो भी एक झपट पैंदी है, केल करे दी। हाँ जिन्हों चिमते बाज, बाज की झपट है। हर जेड़ा बाबा जी कहते इस तरह काल अहेरी जेड़ा है मौत का मुख पसारे उम्मीद, ये तो तेरे सिर के उत्ते मूँह पसार के खड़ा है। वक्त की इंतजार है, समय की। वो वक्त केड़ा है, केड़े वक्त, वो कोई निश्चित नहीं है। इसलिए गुरु महाराज कबीर साहब जी शब्द में ये समझाते हैं भी जिस तरह वो सिर के उत्ते शिकारी अपना निशाना बना के वक्त की इंतजार करता है, उस तरह काल भी उहदे प्राणी के सिर ते। फिर कहो कवन विध कीजे, दसो फिर केड़ी विधि की जाए तो बचा जाए। ਜਾਂ फिर इंज कह लो दूजे शब्दों से भी दसो, कहो का मतलब दसो भी तू फिर ये बचने लिए की यतन किया है। उम्र घटती जा रही है, कमज़ोर होंदा शरीर, ते सिर के उत्ते मौत है, तो बंदिया प्राणी तू की यतन किया है। कबीर साहब इस गल समझाते। तो साहिब महाराज कहते ये जड़ा तो समझ पै जाए ना इस गल की, बाणी के एक शब्द नहीं, अनंत शब्द नहीं।
ਜਿਹੜੇ ਇਸ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਸਮਝਾਏ ਕਿ ਬੰਦੇ ਨੂੰ ਸਮਝ ਪਾਏ ਕਿ ਸੰਸਾਰ ਕੀ ਹੈ। ਸ਼ਬਦ ਹੈ, ਤੁਸੀਂ ਕਈ ਵਾਰੀ ਪੜ੍ਹਿਆ ਸੁਣਿਆ ਹੋਣਾ, ਯਕ ਅਰਜ ਗੁਫਤਮ ਪੇਸ ਤਉ ਦਰ ਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੋਏ ਅਜ਼ਰਾਇਲ ਗਿਰਫਤੈ ਦਿਲ ਹੀ ਚਿੰਨਦਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਯਾ ਕਰਜ ਗੁਫਤਮ ਪੇਸ਼ ਤੋਂ, ਹੇ ਵਾਹਿਗੁਰੂ, ਹੇ ਕਰਤਾਰ, ਮੈਂ ਤੇਰੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਦਾ। ਦਰਗੋਸ ਕੁਨ ਕਰਤਾਰ, ਤੇਰੇ ਕੰਨ ਦੇ ਵਿੱਚ, ਤੇਰੇ ਚਰਨਾਂ ਦੇ ਵਿੱਚ ਮੈਂ ਇੱਕ ਬੇਨਤੀ ਕਰਦਾ ਹੈ, ਮੇਰੀ ਬੇਨਤੀ ਨੂੰ ਸੁਣ। ਹੱਕਾ ਕਬੀਰ ਕਰੀਮ ਤੂੰ, ਹੱਕਾ ਹੱਕ ਸੱਚਾ, ਕਬੀਰ ਦਾ ਮਤਲਬ ਹੈ ਨਾ, ਕਬੀਰ ਸ਼ਬਦ ਜਿਹੜਾ ਬਣਿਆ ਜਿਵੇਂ ਅਕਬਰ, ਅਕਬਰ ਦਾ ਮਤਲਬ ਵੀ ਵੱਡਾ ਹੁੰਦਾ ਹੈ। ਜਦੋਂ ਆੜਾ ਸਾਇਲੈਂਟ ਹੁੰਦਾ ਹੈ ਤਾਂ ਕਬੀਰ ਦੀ ਸ਼ਬਦ ਆਉਂਦੀ ਹੈ, ਤਾਂ ਕਬੀਰ ਸ਼ਬਦ ਹੁੰਦਾ ਹੈ ਵੱਡਾ। ਹੱਕਾ ਕਬੀਰ ਕਰੀਮ ਤੂੰ, ਬਖਸ਼ਿਸ਼ਾਂ ਕਰਨ ਵਾਲਾ, ਰਹਿਮਤ ਕਰਨ ਵਾਲਾ, ਬਹੁਤ ਵੱਡਾ ਹੈ, ਸੱਚਾ ਹੈ, ਬੇਅੈਬ ਪਰਵਦਗਾਰ। ਇਹ ਮਾਲਕ ਵਾਹਿਗੁਰੂ ਜੀ, ਤੂੰ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲਾ, ਦਇਆ ਕਰਨ ਵਾਲਾ, ਮੈਂ ਤੇਰੇ ਚਰਨਾਂ ਦੇ ਵਿੱਚ ਬੇਨਤੀ ਕਰਦਾ। ਜਿਹੜੀ ਦੁਨੀਆ ਹੈ, ਇਹ ਮੇਰੇ ਮਨਾ, ਇਹ ਮੇਰੇ ਦਿਲ, ਇਹ ਮੇਰੇ ਮਨ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਇਹ ਮੇਰੇ ਮਨਾ, ਇਸ ਜਾਣ ਲੈ, ਇਹ ਦੁਨੀਆ ਫਾਨੀ ਹੈ, ਸੰਸਾਰ ਇਹ ਨਾਸਵਾਨ ਸੰਸਾਰ ਹੈ। ਮਮਸਰ ਮੋਏ ਅਜ਼ਰਾਇਲ ਗਿਰਫਤ ਹੈ, ਜਿਵੇਂ ਕਹਿੰਦੇ ਮੇਰੇ ਸਿਰ ਦੇ ਵਾਲ ਗ੍ਰਿਫਤ ਕੀਤਾ ਹੁੰਦਾ ਹੈ ਨਾ, ਅਜ਼ਰਾਇਲ ਕਹਿੰਦੇ ਨੇ ਫਰਿਸ਼ਤੇ, ਮੌਤ ਦਾ ਫਰਿਸ਼ਤਾ, ਗ੍ਰਿਫਤ ਹੁੰਦਾ ਹੈ ਪਕੜਨਾ, ਉਹਨੇ ਮੇਰੇ ਸਿਰ ਦੇ ਵਾਲ ਪਕੜੇ ਹੋਏ ਹਨ। ਭਾਵ ਸਿਰ ਦੇ ਉੱਪਰ ਜਿਵੇਂ ਕਹਿੰਦੇ ਕਾਲ ਅਹੇਰੀ ਫਿਰੇ ਵਦਕ ਜਿਉਂ, ਸਿਰ ਦੇ ਉੱਤੋਂ ਵਾਲ ਤਹਿਕੀਕ ਕਰਦਾ ਦਿਲਦਾਨੀ। ਬਾਬਾ ਜੀ ਕਹਿੰਦੇ, ਹੇ ਬੰਦਿਆ, ਉਹ ਜਿਹੜਾ ਕਾਲ ਹੈ, ਉਹ ਜਿਹੜਾ ਮੌਤ ਹੈ, ਇਜ਼ਰਾਈਲ ਉਸ ਮੌਤ ਦਾ ਫਰਿਸ਼ਤਾ ਹੈ, ਉਹਨੇ ਤਾਂ ਮੇਰੇ ਸਿਰ ਤੋਂ ਵਾਲ ਕੱਢੇ, ਕਦ ਖਤਮ ਕਰ ਦੇਣੇ। ਇਹ ਤਾਂ ਫਾਨੀ ਸੰਸਾਰ ਹੈ। ਬੰਦਾ ਸੋਚਦਾ ਹੈ ਮੈਨੂੰ ਕੋਈ ਮੇਰੀ ਹੈਲਪ ਕਰੇਗਾ, ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਇਹਦੇ 'ਚ ਵੀ ਜ਼ਿਕਰ ਕੀਤਾ ਹੈ। ਫਿਰੇ ਬਦਕ ਜਿਉਂ ਕਹੋ ਕਵਣ ਵਿਦ ਕੀਜੇ, ਸੋ ਦਿਨ ਆਵਣ ਲੱਗਾ, ਇਸ ਲਈ ਉਹ ਦਿਨ ਨੇੜੇ ਆ ਰਿਹਾ ਹੈ। ਰੋਜ਼ਾਨਾ ਉਮਰ ਘਟਦੀ ਜਾ ਰਹੀ ਹੈ, ਉਹ ਦਿਨ ਨੇੜੇ ਆ ਰਿਹਾ, ਜਿਸ ਦਿਨ ਇਹ ਜਿਹੜਾ ਕਾਲ ਨੇ ਆਪਣਾ ਸ਼ਿਕਾਰ ਕਰਨਾ ਹੈ, ਉਹ ਦਿਨ ਨੇੜੇ ਆਉਂਦਾ ਜਾ ਰਿਹਾ ਹੈ, ਦਿਨ ਪ੍ਰਤੀ ਦਿਨ। ਮਾਤ ਪਿਤਾ ਭਾਈ ਸੁਤ ਬਨਤਾ, ਕੋਹ ਕੋ ਹੈ ਕਾਕਾ। ਕੋਈ ਵੀ ਜਿਨ੍ਹਾਂ ਦੀ ਮਾਤਾ ਪਿਤਾ ਭਾਈ ਸੁਤ ਬਨਤਾ, ਰਿਸ਼ਤੇਦਾਰ, ਭੈਣ ਭਾਈ, ਪਤਨੀ, ਬੱਚੇ, ਚਨ ਪਿਸਰ ਪਦਰ ਬਿਰਾਦਰਾ, ਮਹਾਰਾਜ ਕਹਿੰਦੇ ਕਸ ਨੇਸ ਦਸਤੰਗੀਰ, ਦਸਤੰਗੀਰ ਦਾ ਪਕੜ ਕੇ ਰੱਖੋ, ਜਿਨ੍ਹਾਂ ਨੂੰ ਤੂੰ ਜੁੜਿਆ ਹੈ, ਜਿਨ੍ਹਾਂ ਦੇ ਨਾਲ, ਇਹਨਾਂ ਨੇ ਤੇਰੇ ਕਿਸੇ ਨੇ ਹੈਲਪ ਨਹੀਂ ਕਰਨੀ, ਤੇਰੀ ਮਦਦ ਨਹੀਂ ਕਰਨੀ, ਕਿਉਂਕਿ ਇਹ ਸੰਸਾਰ ਬਾਬਾ ਜੀ ਕਹਿੰਦੇ ਨਾਸਵੰਤ ਹੈ। ਇਹ ਸੰਗੀ ਸਾਥੀ ਜਦੋਂ ਇਹ ਜਾ ਰਹੇ ਨੇ ਤੇ ਇਹਨਾਂ ਨੇ ਮਦਦ ਥੋੜੀ ਕਰਨੀ। ਗੁਰੂ ਅਰਜਨ ਪਾਤਸ਼ਾਹ ਨੇ ਤਾਂ ਸਪਸ਼ਟ ਲਿਖਿਆ, ਸੁਖਮਨੀ ਸਾਹਿਬ ਅਸੀਂ ਪੜ੍ਹਦੇ ਹਾਂ ਨਾ, ਸੁਖਮਨੀ ਸਾਹਿਬ ਦੀ ਦੂਸਰੀ ਅਸ਼ਟਪਦੀ, ਉਹਦੀ ਦੂਸਰੀ ਅਸ਼ਟਪਦੀ ਦੀ ਪਹਿਲੀ ਪੌੜੀ, ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ, ਜਹ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਉਹਾ ਨਾਮ ਤੇਰੇ ਸੰਗ ਸਹਾ। ਇਹ ਮਨਾ, ਜਿੱਥੇ ਮਾਤਾ ਪਿਤਾ ਸੁਤ ਭੈਣ ਭਾਈ ਆਦਿ ਕਿਸੇ ਨੇ ਨਹੀਂ ਮਦਦ ਕਰਨੀ, ਉੱਥੇ ਕੇਵਲ ਨਾਮ ਨੇ ਸਹਾਇਤਾ ਕਰਨੀ, ਹੋਰ ਨਹੀਂ ਕਿਸੇ ਨੇ ਸਹਾਇਤਾ ਕਰਨੀ। ਜੈ ਪੈਂਡੇ ਮਾਂ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ। ਜੈ ਪੈਂਡੇ, ਜਿਸ ਰਸਤੇ ਤੇ ਹਨੇਰਾ ਹੀ ਹਨੇਰਾ ਹੈ, ਉੱਥੇ ਤੇਰੇ ਲਈ ਇਹਨੇ ਰੌਸ਼ਨੀ ਬਣ ਜਾਣਾ। ਜੈ ਪੰਥ ਤੇਰਾ ਕੋਨ ਸਿਆਨੂ,
जिस पंथ ते जेड़े राह ते तेन कोई जानदा ही नहीं। हर का नाम तै नाल पछानू, हरि का नाम तेरे नाल पछाण बन के जाएगा, तेरी आइडेंटिफिकेशन बन के जाएगा। प्रभु का नाम जिस राह ते तेन कोई जानदा नहीं, जिस राह ते हनेरा है उत्थे नहीं रोशनी पड़ जानी, जिस राह के उत्ते तप्त बहुकाम बहुत ज्यादा तप्त काम गर्मी है, तो उत्ते तेरे नाम दे नाल तेरे नाल छां बन जाना। नाम जिस बात अगर जिंदगी दे विच भी नाम है, जिथे विकारां दी अग है उत्थे नाम दी ठंडक है, मन शांत रहेगा, मन सहज विच रहेगा। जिथे नाम की बरकत है, गुणा की बरकत है, उत्थे नाम पछाण बन जाएगा। गुरु बाबा जी कहते सो दिन आवण लागा, वो दिन तेरे नेड़े आता जाता। मात पिता भाई सुत बनता, कहो को है काका, कोई किसी का नहीं है, कोई किसी का नहीं। हाँ जिउंदे जीव दे नाल सारे संबंध ने, पर जिहदे काल ने तेरे ते झपट मारनी, फिर अस तो रोज पढ़ते करो बेनंती सुनो मेरे मीता, संत टहल की वेला, इहा खाट चलो हर लाह, आगे बसन सुहेला। ये जे अगे सुखी बसना है ते इथों की करना है, खाट के लाह जाना। तो कबीर साहब महाराज कहते मात पिता भाई सुत बनता, कहो को है काका। ये सब दसो कि कोई किसी का है या कोई किसी की मदद कर सकता है? नहीं, बिल्कुल नहीं। ये तो वो दिन नेड़े आता जाता है। गुरु तेग बहादुर पातशाह ने एक होर खुलासा किया, मैं फिर बेनती करा, बाणी दे विच हर विषे नूं अपने ढंग नाल सतगुरां ने बयान किया है। जीव नूं प्राणी नूं समझाउण वास्ते, मन नूं जगाउण वास्ते भी इत्थे भी जगाया है। जगत में झूठी देखे प्रीत, अपने ही सुख स्यों सब लागै, क्या दारा क्या भी, सब सुख करके जुड़े हुए। गुरु तेग बहादुर जी कहते ने, ये उन्होंने दिया नजरिया है। गुरु तेग बहादुर पातशाह महाराज कहते मैं जगत नूं देखिया, जगत मैं झूठी देखी प्रीत, संसार दे विच जिहड़ी प्रीत मैं देखी है झूठी है। झूठी इस करके है क्योंकि जगत ही झूठा है। कूड़ राजा, कूड़ प्रजा, कूड़ सब संसार, कूड़ मंडप, कूड़ माड़े, कूड़ बैसण हार, कूड़ सोयना, कूड़ रूपा, कूड़ पहिनण हार, कूड़ काया, कूड़ कपड़, कूड़ रूप अपार। अगे कहते कूड़ मीया, कूड़ बीबी, खप होए खार, कूड़ कूड़े निहो लगा। आ संसार है, इस करके झूठी जगत मैं झूठी देखी प्रीत, दी प्रीत भी फिर झूठी है। ये झूठा है। गुरु नानक पातशाह की बाणी कहती कूड़ है सारा, तेरी प्रीत भी झूठी है। इसलिए किस नाल कीचे दोस्ती, प्रीत फिर किहदे नाल की है? सब जग चलना विसरिया करतार होया है, फिर प्रीत किहदे नाल करनी सी? करतार नाल। तां बाबा जी कहते इस तरीके नाल जिहड़ा संसार है, प्रीत भी झूठी है। संसार दे विच रहाओ तो बाद कहते जब लग जोत काया मैं वरते, आपा पशु न बूझे। जिन्ना चिर बंदे दे अंदर जोत, शरीर दे अंदर, काया दे अंदर वरतदी है, चलदी है ना, बंदा की करता है? बाबा जी कहते आपा पशु न बूझे। दो शब्द करते पशु, इस बंदे नूं पशु किया। क्यों? पशु ने अपने आपे नूं नहीं समझिया, अपने आपे दी विचार ही नहीं की मैं कौन। असलीयत इत्थों ही पढ़ाई शुरू होती है स्पिरिचुअलिटी की। सब तो पहला सवाल ही होता भी मैं कौन, कि मैं हथ हाँ, कि मैं शरीर हाँ, मैं की, मैं दिल हाँ, मैं दिमाग हाँ, मैं अकल हाँ। ये सारे सवाल जिहड़े ने ये दसदे ने तू कौन है।
ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਵੀ ਮੇਰਾ ਘਰ ਹੋਰ ਹੈ ਤੇ ਮੇਰਾ ਕਹਿਣ ਵਾਲਾ ਹੋਰ ਹੈ। ਫਿਰ ਅਸੀਂ ਕਹਿੰਦੇ ਮੇਰੀ ਗੱਡੀ ਹੋਰ ਹੈ ਤੇ ਮੇਰਾ ਕਹਿਣ ਵਾਲਾ ਹੋਰ ਹੈ। ਫਿਰ ਅਸੀਂ ਕਹਿੰਦੇ ਹਾਂ ਮੇਰੇ ਕੱਪੜੇ ਹੋਰ ਨੇ ਤੇ ਮੇਰਾ ਕਹਿਣ ਵਾਲਾ ਹੋਰ ਹੈ। ਫਿਰ ਅਸੀਂ ਕਹਿਣ ਲੱਗ ਜਾਂਦੇ ਹਾਂ ਮੇਰਾ ਹੱਥ, ਇਹਦਾ ਮਤਲਬ ਹੱਥ ਹੋਰ ਹੈ ਤੇ ਮੇਰਾ ਕਹਿਣ ਵਾਲਾ ਹੋਰ ਹੈ। ਫਿਰ ਅਸੀਂ ਕਹਿ ਦਈਏ ਮੇਰਾ ਸਰੀਰ, ਇਹਦਾ ਮਤਲਬ ਮੇਰਾ ਕਹਿਣ ਵਾਲਾ ਹੋਰ ਤੇ ਸਰੀਰ ਹੋਰ ਹੈ। ਫਿਰ ਇੱਕ ਹੋਰ ਸ਼ਬਦ ਆ ਜਾਂਦਾ ਮੇਰਾ ਮਨ ਕਹਿਣ ਵਾਲਾ ਹੋਰ ਹੈ ਤੇ ਮੇਰਾ, ਫਿਰ ਇੱਥੇ ਬਸ ਨਹੀਂ। ਗੁਰੂ ਬਾਬਾ ਜੀ ਕਹਿੰਦੇ ਇਹ ਸ਼ਬਦ ਜਿੱਥੇ ਜਿੱਥੇ ਜੁੜਦਾ ਹੈ ਮੇਰਾ ਕਹਿਣ ਵਾਲਾ ਜ਼ਰੂਰ ਹੈ, ਸਰੀਰ ਨੂੰ ਨਹੀਂ। ਜਿੰਨਾ ਚਿਰ ਬੰਦਾ ਸਰੀਰ ਵਿੱਚ ਰਹਿੰਦਾ ਉਹ ਇਹ ਨਹੀਂ ਸਮਝ ਜਾਂਦਾ ਮੈਂ ਹੀ ਆਹੀ ਮੈਂ ਆ। ਕਹਿੰਦੇ ਆਪਣੇ ਆਪੇ ਦੀ ਸਮਝ ਨਹੀਂ ਪਾਈ, ਬੁੱਝੇ ਹੀ ਨਹੀਂ ਇਹਨੂੰ। ਜਬ ਲਗ ਜੋਤ ਕਾਇਆ ਮੈਂ ਵਰਤੇ ਆਪਾ ਪਸ਼ੂ ਨਾ ਬੁਝੇ। ਕਿਉਂਕਿ ਸਮਝਾਉਣ ਦੇ ਲਈ ਗੁਰੂ ਬਾਬਾ ਜੀ ਕਹਿੰਦੇ ਪਸ਼ੂਆਂ ਦੀ ਨਹੀਂ ਜੀਵਨ ਬਤੀਤ ਕੀਤਾ, ਆਪਦੇ ਆਪੇ ਦੀ ਸਮਝ ਹੀ ਨਹੀਂ ਪਾਈ ਮੈਂ ਕੌਣ ਆ, ਕਿਸ ਲਈ ਆਇਆ। ਹਾਂ, ਜਿਵੇਂ ਪਸ਼ੂ ਨੇ ਖਾਇਆ ਪੀਆ ਸੌਣਾ ਬਸ ਉੱਠ ਕੇ ਫਿਰ ਉਹੀ ਕੰਮ, ਫਿਰ ਇੱਥੇ ਪਸ਼ੂ ਵਾਲਾ ਜੀਵਨ ਹੋ ਗਿਆ। ਮਹਾਰਾਜ ਕਹਿੰਦੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਆਪਣੇ ਆਪੇ ਦੀ ਸਮਝ ਸੀ, ਜਿਹੜੇ ਸੁਚੇਤ ਹੋ ਜਾਂਦੇ ਇਸ ਚੀਜ਼ ਤੋਂ ਆਪਣੇ ਆਪੇ ਦੀ ਸਮਝ ਪੈਂਦੀ। ਪਰ ਜੇ ਸੁਚੇਤ ਨਹੀਂ, ਹਾਂ ਜਿਵੇਂ ਪਸ਼ੂ ਚੱਲਦੇ ਫਿਰ ਉਵੇਂ ਉਹ ਚੱਲੀ ਜਾ ਰਿਹਾ, ਸਮਝ ਨਹੀਂ ਪਈ। ਆਪਣੇ ਆਪੇ ਦੀ ਇਹਨੇ ਸਮਝ ਨਹੀਂ ਪਾਈ, ਸਮਝ ਨਹੀਂ। ਲਾਲਚ ਕਰੇ ਜੀਵਨ ਪਦ ਕਾਰ, ਲਾਲਚ ਕਰਦਾ ਰਿਹਾ ਕਿਹੜੀ ਚੀਜ਼ ਦਾ? ਜਿਉਣ ਦਾ। ਮੈਂ ਹੋਰ ਜੀਵਾਂ ਇਸ ਸੰਸਾਰ ਦੇ ਉੱਤੇ, ਮੈਂ ਹੋਰ ਟਾਈਮ ਜ਼ਿਆਦਾ ਰਹਾਂ। ਬਾਣੀ ਕਹਿੰਦੀ ਹੈ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇੱਕ ਨਹੀਂ ਜੇ ਜੁਗ ਚਾਰੇ ਆਰਜਾ। ਆਰਜਾ ਕੀ ਹੁੰਦੀ ਹੈ? ਉਮਰ। ਵੈਸੇ ਇੰਨੀ ਉਮਰਾਂ ਨਹੀਂ। ਜਦੋਂ ਸਮਝਾਉਣਾ ਹੋਵੇ ਕਿਸੇ ਗੱਲ ਨੂੰ ਐ ਕਹਿਣਾ ਬਹੁਤ ਵੱਡੀ ਉਮਰ ਕਹਿ ਲਓ, ਫਿਰ ਉੱਥੇ ਯੁੱਗ ਦਾ ਸ਼ਬਦ ਵਰਤਦੇ। ਜਿਵੇਂ ਆਪਾਂ 4 ਯੁੱਗ ਕਹਿ ਦਿੰਦੇ ਹਾਂ, 4 ਸ਼ਬਦ ਕਹਿ ਦਿੰਦੇ ਹਾਂ, 4 ਪੈਸੇ ਕਹਿ ਦਿੰਦੇ ਹਾਂ। ਇਹ 4 ਸ਼ਬਦ ਬੜਾ ਫੇਮਸ ਹੋਇਆ। ਬੰਦਾ ਕਹਿੰਦਾ 4 ਅੱਖਰ ਪੜ੍ਹ ਲਾ, ਜੇ ਪੜ੍ਹੇ ਜਾਂਦਾ ਉਹ 4 ਅੱਖਰ ਕੀ ਹੁੰਦਾ? 4 ਅੱਖਰ ਦਾ ਮਤਲਬ 4 ਅੱਖਰ ਹੀ ਨਹੀਂ ਹੁੰਦੇ, ਵਿਦਿਆ ਹੈ। ਆਪਾਂ ਕਹਿੰਦਾ ਜੀ 4 ਪੈਸੇ ਕੀ ਆ ਗਏ, ਬੰਦੇ ਦੀ ਹਵਾ ਖਰਾਬ ਹੋ। 4 ਪੈਸੇ ਦਾ ਮਤਲਬ ਕੀ? ਉਹ ਤਾਂ ਬਹੁਤ ਜ਼ਿਆਦਾ ਹੈ। ਇਸ ਤਰ੍ਹਾਂ ਬੜੇ 4 ਸ਼ਬਦ ਬੰਦੇ ਨੂੰ ਪੜ੍ਹਨੇ ਚਾਹੀਦੇ, ਵਿਦਿਆ ਹੈ। ਇਸੇ ਤਰ੍ਹਾਂ 4 ਯੁੱਗ ਆਰਜਾ ਹੈ। ਏਡੀ ਉਮਰ ਹੋ ਜਾਵੇ, ਮਤਲਬ ਬਹੁਤ ਵੱਡੀ ਉਮਰ ਹੋ ਜਾਏ। ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਹੋਰ ਦਸੂਣੀ 10 ਗੁਣਾ ਹੋਰ ਹੋ ਜਾਏ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਇਹਨਾਂ ਇੱਜ਼ਤ ਮਾਣ ਸਨਮਾਨ ਹੋ ਜਾਏ। ਚੰਗਾ ਨਾਮ ਰਖਾਏ ਕਿ ਜਸ ਕੀਰਤ ਜਗ ਲੇ, ਸੰਸਾਰ ਦੇ ਵਿੱਚ ਉਸਤਤੀ ਬੜੀ ਹੋਵੇ। ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ। ਉਹਦੀ ਨਜ਼ਰ 'ਚ ਨਹੀਂ ਆਇਆ, ਉਹਦੀ ਨਜ਼ਰ 'ਚ ਆਉਣ ਲਈ ਕੀ ਚਾਹੀਦਾ ਸੀ? ਨਾਮ ਚਾਹੀਦਾ, ਬੰਦਗੀ ਚਾਹੀਦੀ ਸੀ। ਗੁਰੂ ਬਾਬਾ ਕਹਿੰਦੇ ਆਪਣੇ ਆਪੇ ਨੂੰ ਜਿਉਣ ਦੀ ਲਾਲਸਾ ਰੱਖੀ, ਮੈਂ ਜੀਵਾਂ ਬਸ। ਪਰ ਇਹ ਕੋਈ ਜ਼ਰੂਰੀ ਨਹੀਂ। ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕੁਛ ਨਾ ਸੂਝੇ। ਇਹਨਾਂ ਅੱਖਾਂ ਨੇ ਸੋਝੀ ਨਹੀਂ, ਸਮਝੇ ਹੀ ਨਹੀਂ ਇਸ ਗੱਲ ਨੂੰ। ਆਪਾਂ ਜਿਵੇਂ ਕਹਿੰਦੇ ਨਾ ਤੂੰ ਅੱਗੇ ਦੇਖ ਭਾਈ, ਅੱਗੇ ਦੇਖਦਾ ਮਤਲਬ ਤੇਰੇ ਅੱਗੇ ਕੀ ਆ? ਦੇਖਣਾ ਮਤਲਬ ਫਿਊਚਰ ਵੱਲ ਝਾਤ ਮਾਰਨੀ। ਜਿਹੜਾ ਬੰਦਾ ਆਪਾਂ ਕਹਿੰਦੇ ਨਾ ਦੂਰ ਦ੍ਰਿਸ਼ਟੀ ਦਾ ਮਤਲਬ ਕੀ ਹੁੰਦਾ? ਵੀ ਬੜੀ ਚੀਜ਼ ਦੀ ਦੂਰ ਦ੍ਰਿਸ਼ਟੀ ਬੜੀ ਹੈ। ਦੂਰ ਦ੍ਰਿਸ਼ਟੀ ਮਤਲਬ ਇਹ ਨਹੀਂ ਹੁੰਦਾ ਵੀ ਇੱਥੋਂ ਤੇ ਬੜੀ ਦੂਰ ਤੱਕ ਦਿਖਦਾ। ਇਹਦਾ ਮਤਲਬ ਹੁੰਦਾ ਵੀ ਲੰਮੀ ਸੋਚ, ਆਉਣ ਵਾਲੇ 10 ਸਾਲਾਂ ਤੱਕ ਸੋਚਣਾ ਵੀ ਆਉਣ ਵਾਲਾ ਫਿਊਚਰ ਮੇਰਾ ਕਿਹੋ ਜਿਹਾ ਹੋਵੇਗਾ। ਉਹਨੂੰ ਦੂਰ ਦ੍ਰਿਸ਼ਟੀ ਕਹਿੰਦੇ ਨੇ। ਲੋਚਨ ਕੁਛ ਨਾ ਸੂਝੇ, ਲੋਚਣਾ ਸਮਝਣਾ, ਇਹਦਾ ਦੇਖਣਾ, ਇਹਦੀ ਪਰਖ ਸਮਝ ਹੀ ਨਹੀਂ ਰਹਿੰਦੀ ਵੀ ਅਸਲ ਵਿੱਚ ਭਾਈ ਆਉਣ ਵਾਲਾ ਸਮਾਂ ਕੀ ਹੈ। ਵੀਰ ਸਾਹਿਬ ਜੀ ਕਹਿੰਦੇ ਅਸਲੀਅਤ ਇਹ ਹੈ, ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਛੋੜੋ ਮਨ ਕੇ ਭਰਮਾ। ਕਬੀਰ ਸਾਹਿਬ ਜੀ ਫੈਸਲਾ ਦਿੰਦੇ ਨੇ, ਸੁਣੋ ਰੇ ਪ੍ਰਾਣੀ, ਉਹ ਪ੍ਰਾਣੀਆਂ ਸੁਣੋ, ਸਾਨੂੰ ਉਪਦੇਸ਼ ਕਰਦੇ। ਛੋਟੋ ਮਨ ਕੇ, ਇਹ ਮਨ ਦਾ ਭਰਮ ਹੀ ਹੈ ਵੀ ਮੈਂ ਕੱਲ ਹੋਵਾਂਗਾ, ਜਾਂ ਕੱਲ ਮੈਂ ਆਹ ਕਰ ਦਾਂਗਾ, ਜਾਂ ਇੰਨੇ ਸਾਲਾਂ ਨੂੰ ਮੇਰੇ ਕੋਲ ਆ ਹੋਵੇਗਾ, ਜਾਂ ਇੰਨੇ ਸਾਲ। ਇਹ ਕੀ ਭਰਮ ਹੈ? ਇਹ ਕੋਈ ਸੱਚਾਈ ਥੋੜ੍ਹੀ ਹੈ। ਭਰਮ ਹੈ ਕੱਲ ਹੋਵਾਂਗੇ ਕਿ ਨਹੀਂ ਹੋਵਾਂਗੇ। ਮਹਾਰਾਜ ਕਹਿੰਦੇ ਕੀ ਪਤਾ ਹੈ। ਹਮ ਆਦਮੀ ਹਾਂ ਇੱਕਦਮ
ਮੋਹਲਤ ਮੋਹਤ ਨ ਜਾਣ। ਮੋਹਲਤ ਤਾਂ ਸਮਝੀ ਹੀ ਨਹੀਂ, ਮੋਹਲਤ ਮਿਲੀ ਸੀ ਜਿਹੜਾ ਸਮਾਂ ਮਿਲਿਆ ਉਹ ਤਾਂ ਜਾਣੀ ਹੀ ਨਹੀਂ। ਇੱਕਦਮ ਦੇ ਆਦਮੀ ਅਸੀਂ ਦਮ ਆਇਆ ਹੈ ਤਾਂ ਆਦਮੀ ਨਾ ਆਇਆ ਤੇ ਡੈਡ ਬੋਡੀ। ਗੁਰੂ ਮਹਾਰਾਜ ਕਹਿੰਦੇ ਇਸ ਕਰਕੇ, ਕਬੀਰ ਜੀ ਕਹਿੰਦੇ ਸਰੋਰੇ ਪ੍ਰਾਨੀ ਛੋਡੋ ਮਨ ਕੇ, ਮਨ ਦਾ ਭਰਮ ਹੀ ਛੱਡ ਦੇ, ਇਸ ਚੀਜ਼ ਦਾ ਛੱਡ ਦੇ। ਇਸ ਕਰਕੇ ਆਸ ਜਿਹੜੀ ਇਹ ਆਸ ਹੈ, ਇਸੇ ਤੋਂ ਕਬੀਰ ਸਾਹਿਬ ਨੇ ਉਹ ਸ਼ਬਦ ਵਰਤਿਆ ਹੈ ਜਦੋਂ ਅਸੀਂ ਕਹਿੰਦੇ ਹਾਂ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਕਬੀਰ ਸਾਹਿਬ ਦੀ ਗੱਲ ਹੈ। ਭਾਵੇਂ ਅਸੀਂ ਆਪ ਕਿਤੇ ਜੰਗ ਯੁੱਧ ਦੀ ਗੱਲ ਕਰਦੇ ਹਾਂ ਜਾਂ ਅਸੀਂ ਕਿਤੇ ਲੜਾਈ ਝਗੜੇ ਦੀ ਗੱਲ ਕਰਦੇ ਹਾਂ, ਉਹ ਉੱਥੇ ਅਸੀਂ ਸ਼ਬਦ ਵਰਤਦੇ ਅਸਲੀ ਤੇ ਕਬੀਰ ਸਾਹਿਬ ਦੀ ਬਾਣੀ। ਕਬੀਰ ਸਾਹਿਬ ਜੀ ਨੇ ਇੱਥੇ ਇਸੇ ਵਾਸਤੇ ਕਿਹਾ ਆਉਣ ਦੀ ਆਸ, ਜੀਵਨ ਦੀ ਆਸ, ਉਹ ਆਸ ਹੀ ਛੱਡ ਦੇ। ਮਰਨਾ ਇਹ ਕਬੂਲ ਕਰ ਵੀ ਹਾਂ, ਇਹ ਨਹੀਂ ਪਤਾ ਘੰਟੇ ਨੂੰ ਹੋ ਜਾਏ। ਤਾਂ ਕਹਿੰਦੇ ਨੇ ਛੋਟੋ ਮਰ ਕੇ ਭਰਮਾ, ਭਰਮ ਛੱਡ ਕੇ ਕੀ ਕਰਨਾ, ਕੇਵਲ ਨਾਮ ਜਪੋਰੇ ਪ੍ਰਾਨੀ ਪਰੋ ਏਕ ਕੀ ਸ਼ਰਨ। ਕੇਵਲ ਇੱਕ ਵਾਹਿਗੁਰੂ ਦਾ ਨਾਮ ਜਪਣਾ ਪ੍ਰਾਨੀ, ਇਹ ਉਹਦੀ ਸ਼ਰਨ ਵਿੱਚ ਰਹਿਣਾ। ਇਹ ਜਿਹੜਾ ਜੁਗਤੀ ਹੈ ਕਬੀਰ ਸਾਹਿਬ ਜੀ ਨੇ ਦੱਸੀ ਹੈ। ਬਾਕੀ ਐਵੇਂ ਜੀਵਨ ਦੀ ਜਿਹੜੀ ਆਸਾ ਹੈ, ਲਾਲਸਾ ਹੈ, ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ ਆਵ ਘਟੇ ਤਨ ਛੀਜੈ। ਭਾਈ ਉਮਰ ਘਟਦੀ ਜਾਂਦੀ ਹੈ, ਤੇਰੀ ਤਨ ਤੇਰਾ ਕਮਜ਼ੋਰ ਹੁੰਦਾ ਜਾਂਦਾ, ਇਸ ਲਈ ਤੂੰ ਵਾਹਿਗੁਰੂ ਨੂੰ ਉਹਦਾ ਨਾਮ ਜਪਣਾ ਕਰ। ਸੱਚ ਇਹ ਹੈ ਕਬੀਰ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਉਹ ਸੱਚ ਬਿਆਨ ਕੀਤਾ ਹੈ ਜਿਸ ਬੰਦੇ ਨੂੰ ਸੁੱਤੇ ਹੋਏ ਮਨ ਕਰਕੇ ਸੁੱਤੇ ਹੋਏ ਨੂੰ ਲੂਣਾ ਦਿੱਤਾ। ਭਾਈ ਜਾਗ ਲਿਓ ਰੇ ਮਨ ਜਾਗ ਲਿਓ, ਕਾਹਾ ਕਾਫਲ ਸੋਇਆ। ਕਿਉਂ ਸੁੱਤਾ ਹੈ ਇਸ ਗੱਲ ਤੇ, ਇਸ ਲਈ ਕਬੀਰ ਸਾਹਿਬ ਜੀ ਨੇ ਸਾਨੂੰ ਇਹ ਉਪਦੇਸ਼ ਕੀਤਾ ਹੈ। ਇੰਨੇ ਕੁ ਵਚਨ ਪ੍ਰਵਾਨ ਕਰਨ ਲਈ ਸਭਨਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਪਾਤਸ਼ਾਹ ਜੀ ਦਾ। ਭੁੱਲਾ ਨਾ ਚਤਾਰਨੀ ਸਭ ਫਤਿਹ ਦਾ ਵਾਜਾ ਦੇਣਾ ਜੀ। ਵਾਹਿਗੁਰੂ ਜੀ ਕਾ